ਮੁੱਲ ਦੀ ਤੀਵੀਂ। ਇੱਕ ਤੀਵੀਂ ਜੋ ਮੁੱਲ ਲੈ ਕੇ ਆਇਆ ਸੀ। ਪਿੰਡ ਦਾ ਸੋਹਣਾ ਜੋ ਕਿ ਟਰੱਕਾਂ ਤੇ ਕੋਲੀਡਰ ਲੱਗਾ ਸੀ। ਜ਼ਮੀਨ ਤਾਂ ਕੋਈ ਨਾ ਸੀ, ਪਰ ਬਿਰਧ ਬੇਬੇ ਸੀ ਜੋ ਕਿ ਬੁੜੇ ਵੇਲੇ ਵੀ ਆਪਣੇ ਪੁੱਤ ਦੀਆਂ ਰੋਟੀਆਂ ਲਾਉਂਦੀ ਅੱਖਾਂ ਧੂਏ ਨਾਲ ਅੰਨੀਆਂ ਕਰ ਚੁੱਕੀ ਸੀ। ਜ਼ਿਆਦਾ ਤਾਂ ਆਵਾਜ਼ ਤੋਂ ਹੀ ਪਛਾਣਦੀ ਸੀ। ਸੂਰਜ ਦੀ ਚਮਕ ਨਾਲ ਭੋਰਾ ਪਰਛਾਵਿਆਂ ਦੀ ਪਛਾਣ ਲੈਂਦੀ ਸੀ, ਪਰ ਸ਼ਾਮ ਹੁੰਦੇ ਹੀ ਕੁਛ ਨਾ ਨਜ਼ਰ ਆਉਣਾ। ਘਰ 'ਚ ਲਾਈਟ ਵੀ ਨਹੀਂ ਸੀ, ਮੋਮਬੱਤੀਆਂ ਦਾ ਹੀ ਆਸਰਾ ਸੀ। ਬੇਬੇ ਦੀ ਇਸ ਹਾਲਤ ਕਰਕੇ ਸੋਹਣੇ ਨੂੰ ਟਰੱਕ ਤੇ ਗਿਆ ਮਾਈ ਦੀ ਪਿੱਛੇ ਚਿੰਤਾ ਸਤਾਉਂਦੀ ਰਹਿੰਦੀ ਸੀ। ਸੋ ਇਸ ਵਾਰ ਉਸਨੇ ਆਪਣੇ ਟਰੱਕ ਮਾਲਕ ਨਾਲ ਗੱਲ ਕਰਕੇ ਯੂਪੀ ਤੋਂ ਇੱਕ ਤੀਵੀਂ ਮੁੱਲ ਖਰੀਦ ਲਈ ਸੀ। ਲੈ ਆ ਗਿਆ ਤੇਰਾ ਸਹੁਰਿਆਂ ਦਾ ਪਿੰਡ, ਕਹਿੰਦਾ ਹੋਇਆ ਸੋਹਣਾ ਟਰੱਕ ਤੋਂ ਛਾਲ ਮਾਰ ਹੇਠਾਂ ਉਤਰਦਾ ਹੈ ਤੇ ਪਿੱਛੇ ਹੀ ਉਹਦੀ ਨਵੀਂ ਵਿਆਹੀ ਲਾਲ ਜੋੜਾ ਦੋਹੇ ਵੀਣੀਆਂ ਚੂੜੀਆਂ ਨਾਲ ਭਰੀਆਂ ਹੋਈਆਂ ਸੀ। ਪੈਰਾਂ 'ਚ ਪੂਰ ਝਾਂਜਰਾਂ ਦੇ ਘੁੰਗਰੂ ਸੀ ਜੋ ਸੁੰਨੀ ਤੇ ਕਾਲੀ ਮੱਘਰ ਦੀ ਰਾਤ 'ਚ ਵੀ ਛਣਕਣ ਨਾਲ ਦੂਰ ਤੱਕ ਆਵਾਜ਼ਾਂ ਜਾ ਰਹੀਆਂ ਸੀ। ਇੱਕ ਜਗ੍ਹਾ ਤੁਰ ਜਾਂਦੇ ਸੀ। ਮੁੱਲ ਦੀ ਤੀਵੀਂ ਦਾ ਹਨੇਰੇ 'ਚ ਮਾੜਾ ਜਿਹਾ ਪੈਰ ਉੱਚੀਆਂ ਨੀਵੀਆਂ ਪਿੰਡਾਂ ਦੀਆਂ ਇੱਟਾਂ ਵਾਲੀਆਂ ਗਲੀਆਂ 'ਚ ਅੜਕ ਗਿਆ ਤੇ ਉਹ ਡਿੱਗਦੇ ਹੋਈ ਨੂੰ ਸੋਹਣੇ ਨੇ ਬੋਚ ਲਿਆ ਤੇ ਕਿਹਾ, ਵੇਖ ਕੇ ਹੌਲੀ ਤੁਰ, ਤੈਨੂੰ ਆਦਤ ਪੈ ਜਾਣੀ ਹੈ ਇਹਨਾਂ ਪਿੰਡ ਦੀਆਂ ਗਲੀਆਂ ਦੀ। ਕਿੰਨੇ ਹੀ ਮੋੜ ਘੋੜ ਮੁੜਦੇ ਹੋਏ ਅਖੀਰ ਨੂੰ ਸੋਹਣੇ ਨੇ ਆਪਣੇ ਘਰ ਦਾ ਬੂਹਾ ਜਾ ਖੜਕਾਇਆ। ਅੰਦਰੋਂ ਇੱਕ ਜਨਾਨੀ ਦੀ ਆਵਾਜ਼ ਆਈ, ਆਉਣੇ ਆ ਭਾਈ। ਇਹ ਨਸੀਬ ਕੌਰ ਸੀ ਜੋ ਸੋਹਣੇ ਦੀ ਮਾਂ ਦੀ ਰਾਤ ਕਟਾਉਣ ਆ ਜਾਂਦੀ ਸੀ, ਜਾਂ ਇੰਜ ਆਖ ਲਈਏ ਕਿ ਉਹ ਵੀ ਵਕਤ ਦੀ ਮਾਰੀ ਸੀ ਜੋ ਇੱਕ ਰਾਤ ਲਗਾਉਣ ਲਈ ਛੱਤ ਭਾਲਦੀ ਸੀ। ਉਸਨੇ ਆ ਬੂਹਾ ਖੋਲ੍ਹਿਆ ਤੇ ਸੋਹਣਾ ਆਪ ਅੰਦਰ ਲੰਘ ਗਿਆ ਤੇ ਪਿੱਛੇ ਹੀ ਉਸਦੀ ਨਵੀਂ ਵਿਆਹੀ ਵੀ। ਨਸੀਬ ਕੌਰ ਬੇਬੇ ਨੇ ਲਾਲ ਜੋੜਾ ਵੇਖਦੇ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਸੋਹਣੇ ਨੇ ਉਸਦੀ ਗੱਲ ਦਾ ਮਾਣ ਰੱਖ ਲਿਆ ਸੀ, ਕਿਉਂਕਿ ਉਸਨੇ ਉਸਨੂੰ ਕਈ ਵਾਰ ਵਿਆਹ ਕਰਵਾਉਣ ਲਈ ਕਿਹਾ ਸੀ, ਪਰ ਪੰਜਾਬ 'ਚ ਤਾਂ ਉਸਨੂੰ ਕੋਈ ਤੀਵੀਂ ਦੇ ਕੇ ਰਾਜੀ ਹੀ ਨਹੀਂ ਸੀ। ਸੋ ਉਹ ਯੂਪੀ ਤੋਂ ਲੈ ਕੇ ਆਇਆ ਸੀ। ਉੱਠ ਜਾ ਝਾਈ, ਵੇਖ ਤੇਰਾ ਪੁੱਤ ਤੇਰੇ ਲਈ ਨਹੁੰ ਲੈ ਕੇ ਆਇਆ। ਨਸੀਬੋ ਸੋਹਣੇ ਦੀ ਮਾਂ ਚੰਦ ਕੌਰ ਨੂੰ ਫੜ ਕੇ ਬਿਠਾਉਂਦੇ ਹੋਏ ਕਹਿੰਦੀ ਹੈ, ਨੀ ਕਿਉਂ ਟਿਚਰਾ ਕਰਦੀ ਐ ਮੇਰੇ ਪੁੱਤ ਨੂੰ? ਲੈ ਬੇਬੇ, ਤੇਰੇ ਪੁੱਤ 'ਚ ਕੋਈ ਕਮੀ ਹੈ ਭਲਾ? ਜੇ ਪੰਜਾਬ 'ਚ ਕੁੜੀ ਨਹੀਂ ਮਿਲੀ ਤਾਂ ਮੈਂ ਯੂਪੀ 'ਚੋਂ ਲੈ ਕੇ ਆਇਆ। ਤੇਰੀ ਸੇਵਾ ਕਰੂਗੀ ਹੁਣ, ਮੇਰੇ ਘਰੋਂ ਜਾਣ ਪਿੱਛੋਂ ਇਹ ਤੇਰੀਆਂ ਅੱਖਾਂ ਬਣੂਗੀ। ਸੋਹਣੇ ਨੇ ਕਿਹਾ, ਰਹਿਣ ਦੇਵੇ, ਮੇਰੀ ਨੂੰਹ ਨੂੰ ਕਹਿ ਬੋਲ ਕੁਛ ਤਾਂ, ਕਿ ਮੈਂ ਉਹਦੀ ਆਵਾਜ਼ ਤਾਂ ਪਛਾਣ ਸਕਾਂ ਕਿ ਕੌਣ ਹੈ। ਪਰ ਬੇਬੇ ਇਹ ਤਾਂ ਗੂੰਗੀ ਹੈ। ਜਾ ਵੇ ਜਾ, ਲੈ ਕੇ ਆਉਣੀ ਸੀ ਤਾਂ ਬੋਲਣ ਵਾਲੀ ਲੈ ਆਉਂਦਾ। ਸਾਰੀ ਉਮਰ ਇਸ਼ਾਰਿਆਂ ਨਾਲ ਹੀ ਕੱਢੇਗਾ। ਕੋਈ ਨਾ ਬੇਬੇ, ਮੈਂ ਇਸ਼ਾਰੇ ਹੀ ਸਮਝ ਲਊ। ਸੋਹਣੇ ਨੇ ਗੂੰਗੀ ਨੂੰ ਜਾਣੀ ਆਪਣੀ ਵਿਆਹੀ, ਜਿਸ ਦਾ ਉਸਨੇ ਨਾਂ ਬਦਲ ਕੇ ਪ੍ਰਸੰਨ ਕੌਰ ਰੱਖ ਦਿੱਤਾ ਸੀ, ਉਸਨੂੰ ਇਸ਼ਾਰੇ ਨਾਲ ਆਪਣੀ ਮਾਂ ਦੇ ਪੈਰੀ ਹੱਥ ਲਾਉਣ ਲਈ ਕਿਹਾ। ਜਿਵੇਂ ਹੀ ਪ੍ਰਸਿੰਨੀ ਨੇ ਪੈਰੀ ਹੱਥ ਲਾਏ, ਬੇਬੇ ਨੇ ਉਸਦੇ ਹੱਥ ਫੜ ਲਏ ਤੇ ਉਸਦੇ ਚੂੜੀਆਂ ਨਾਲ ਭਰੀਆਂ ਬਾਹਾਂ ਨੂੰ ਟੋਇਆ ਤੇ ਨਸੀਬ ਕੌਰ ਨੇ ਕਿਹਾ, ਨੀ ਇਹ ਤਾਂ ਸੱਚੀ ਲੈ ਆਇਆ। ਆਪਾਂ ਤਾਂ ਇਹਨੂੰ ਕਹਿ ਕੇ ਵੇਖਿਆ ਸੀ। ਅੱਛਾ, ਤਾਂ ਤੁਸੀਂ ਦੋਵੇਂ ਮਿਲੀਆਂ ਹੋਈਆਂ ਹੋ। ਹੁਣ ਸੋਹਣਾ ਸਾਰੀ ਗੱਲ ਸਮਝ ਗਿਆ ਸੀ ਕਿ ਬੇਬੇ ਨਸੀਬ ਕੌਰ ਤੇ ਚੰਦ ਕੌਰ ਨੇ ਰਲ ਕੇ ਇਹ ਸਭ ਕੀਤਾ ਸੀ ਤਾਂ ਕਿ ਮੈਂ ਵਿਆਹ ਕਰਵਾ ਲਵਾਂ। ਜਿਵੇਂ ਹੀ ਸਵੇਰ ਹੋਈ, ਪਿੰਡ ਗੱਲ ਉੱਡ ਗਈ। ਉੜਦੀ ਵੀ ਕਿਉਂ ਨਾ, ਨਸੀਬ ਕੌਰ ਜੋ ਸਾਰਾ ਕੁਝ ਆਪਣੇ ਅੱਖੀ ਵੇਖ ਚੁੱਕੀ ਸੀ। ਹਰ ਕੋਈ ਲੰਘਦਾ ਵੜਦਾ ਲੱਕੜ ਦੇ ਗੇਟ ਦੀਆਂ ਚਿਤਾਂ ਵਿੱਚ ਦੀ ਝਾਕ ਕੇ ਸੋਹਣੇ ਦੀ ਯੂਪੀ ਵਾਲੀ ਵਹੁਟੀ ਦੇ ਦਰਸ਼ਨ ਕਰਨ ਨੂੰ ਕਾਹਲਾ ਸੀ। ਸਵੇਰੇ ਉੱਠਦੇ ਹੀ ਜਿਵੇਂ ਸੋਹਣੇ ਨੇ ਪ੍ਰਸਿੰਨੀ ਨੂੰ ਸਮਝਾਇਆ, ਉਹ ਆਪਣੇ ਕੰਮ ਲੱਗ ਗਈ। ਪਹਿਲਾਂ ਸਾਰਾ ਘਰ ਝਾੜੂ ਮਾਰ ਕੇ ਸਾਫ਼ ਕੀਤਾ, ਫਿਰ ਜਿਵੇਂ ਸੋਹਣੇ ਦੀ ਬੇਬੇ ਕਰਦੀ ਹੁੰਦੀ ਸੀ, ਉਸਨੇ ਪ੍ਰਸਿੰਨੀ ਨੂੰ ਆਪਣੇ ਨਾਲ ਲਾ ਕੇ ਘਰ ਦੇ ਕੋਲੇ ਠੰਡੇ ਕਰਨ ਲਈ ਪਾਣੀ ਪਾਏ ਤੇ ਉਸਨੂੰ ਸਮਝਾਇਆ ਕਿ ਰੋਜ਼ ਸਵੇਰੇ ਉੱਠ ਕੇ ਪਹਿਲਾਂ ਇਹ ਕੰਮ ਕਰਨਾ ਹੈ। ਪ੍ਰਸਿੰਨੀ ਨੂੰ ਸੋਹਣਾ ਕੰਮ ਸਮਝਾਉਂਦਾ ਗਿਆ ਤੇ ਉਹ ਸਿਰ ਹਿਲਾ ਕੇ ਹਾਂ ਵਿੱਚ ਜਵਾਬ ਦਿੰਦੀ ਤੇ ਕਦੇ ਆਪਣੀ ਜਾਣੀ ਆ ਮਾਮਾ ਕੀ ਆਵਾਜ਼ 'ਚ ਕੁਝ ਕਹਿਣ ਦੀ ਕੋਸ਼ਿਸ਼ ਕਰਦੀ। ਇੱਕ ਦੋ ਕੁ ਇਸ਼ਾਰਿਆਂ ਬਾਰੇ ਤਾਂ ਉਸਦੇ ਪਿਤਾ ਨੇ ਹੀ ਸੋਹਣੇ ਨੂੰ ਸਮਝਾ ਛੱਡਿਆ ਸੀ, ਇਸ ਲਈ ਸੋਹਣੇ ਨੂੰ ਸਮਝ ਆ ਜਾਂਦੀ ਸੀ। ਪ੍ਰਸਿੰਨੀ ਨੇ ਚਾਹ ਬਣਾਈ ਤੇ ਆਪਣੀ ਸੱਸ ਤੇ ਸੋਹਣੇ ਨੂੰ ਪੀਣ ਲਈ ਦਿੱਤੀ ਤੇ ਆਪ ਵੀ ਪੀਣ ਲੱਗੀ। ਜਿਵੇਂ ਹੀ ਚਾਹ ਦੇ ਭਾਂਡੇ ਧੋਣ ਲੱਗੀ ਤਾਂ ਉਹ ਉੱਠ ਕੇ ਸੋਹਣੇ ਅੱਗੇ ਜਾ ਖੜੋਈ ਤੇ ਹੱਥ ਦੇ ਇਸ਼ਾਰੇ ਕਰਨ ਲੱਗ ਪਈ। ਕੀ ਕਹਿ ਰਹੀ ਐ? ਉਸਨੇ ਫਿਰ ਆ ਦੀ ਆਵਾਜ਼ 'ਚ ਕਿਹਾ, ਪਰ ਸੋਹਣੇ ਨੇ ਫੇਰ ਆਖਿਆ, ਓਹੋ ਸੋਹਣਿਆ,
ਆ ਕਿੱਥੇ ਫਸ ਗਿਆ ਹੈ? ਕੀ ਕਹਿੰਦੀ ਪਈ ਹੈ? ਫਿਰ ਸੋਹਣੇ ਨੇ ਆਸ-ਪਾਸ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਕੇ ਪੁੱਛਣਾ ਚਾਹਿਆ, ਪਰ ਫਿਰ ਵੀ ਕੁਝ ਪੱਲੇ ਨਾ ਪਿਆ। ਆਖਰ ਪ੍ਰਸੀਨੀ ਨੇ ਇੱਕ ਛੋਟਾ ਕੱਪ ਤੇ ਆਪਣੇ ਪੇਟ ਤੇ ਹੱਥ ਰੱਖਿਆ ਤਾਂ ਸੋਹਣਾ ਬੋਲਿਆ, ਅੱਛਾ ਪਾਣੀ ਚਾਹੀਦਾ ਹੈ ਪੀਣ ਲਈ? ਮੈਂ ਲਿਆਉਣਾ। ਨਲਕੇ ਤੋਂ ਆਪਣਾ ਨਲਕਾ ਤਾਂ ਪਾਣੀ ਦਿੰਦਾ ਨਹੀਂ। ਸੋਹਣੇ ਨੂੰ ਬਾਹਰ ਜਾਂਦਾ ਵੇਖ ਪ੍ਰਸੀਨੀ ਦੋਵਾਂ ਬਾਹਾਂ ਫੈਲਾ ਕੇ ਆ ਦੀ ਆਵਾਜ਼ ਕਰਦੇ ਹੋਏ ਉਸਦਾ ਰਸਤਾ ਰੋਕ ਲੈਂਦੀ ਹੈ। ਊ ਆ ਈ। ਪ੍ਰਸੀਨੀ ਦੇ ਬੋਲੇ ਇਹ ਸ਼ਬਦ ਸੁਣ ਕੇ ਸੋਹਣੇ ਨੂੰ ਸਮਝ ਨਾ ਆਵੇ। ਇੱਕ ਪਾਸੇ ਰਸਤਾ ਰੋਕ ਰਹੀ ਹੈ, ਦੂਜੇ ਪਾਸੇ ਢਿੱਡ ਤੇ ਹੱਥ ਰੱਖ ਰਹੀ ਹੈ। ਆਖਰ ਚਾਹੁੰਦੀ ਕੀ ਹੈ? ਜਦ ਸੋਹਣਾ ਨਾ ਹੀ ਸਮਝਾ ਤਾਂ ਪ੍ਰਸੀਨੀ ਆਖਿਰ ਨੂੰ ਆਪਣੇ ਕੱਪੜੇ ਥੋੜੇ ਉੱਪਰ ਚੁੱਕ ਕੇ ਪੈਰਾਂ ਭਾਰ ਬੈਠ ਗਈ ਤੇ ਸੋਹਣੇ ਨੂੰ ਫਿਰ ਇਸ਼ਾਰਾ ਕੀਤਾ ਤਾਂ ਉਹ ਬੋਲਿਆ, ਓ ਤੂੰ ਖੇਤ ਜਾਣਾ ਹੈ? ਚੱਲ ਮੈਂ ਚੱਲਦਾ ਨਾਲ, ਆ ਜਾ ਮੇਰੇ ਪਿੱਛੇ ਪਿੱਛੇ। ਇੰਨਾ ਆਖ ਸੋਹਣਾ ਅੱਗੇ ਹੋ ਗਿਆ ਤੇ ਪ੍ਰਸੀਨੀ ਪਿੱਛੇ ਪਿੱਛੇ ਹੋ ਗਈ। ਜਿਹੜਾ ਪਿੰਡ ਸੋਹਣੇ ਦੀ ਵਹੁਟੀ ਵੇਖਣ ਲਈ ਪੱਬਾ ਭਾਰ ਹੋਇਆ ਪਿਆ ਸੀ, ਉਹਨਾਂ ਲਈ ਇਹੀ ਮੌਕਾ ਸੀ, ਪਰ ਪ੍ਰਸੀਨੀ ਦੇ 2 ਗਿੱਠ ਦੇ ਘੁੰਡ ਵਿੱਚ ਕੀ ਪਤਾ ਲੱਗਣਾ ਸੀ। ਸੋ ਪਿੰਡ ਦੀਆਂ ਬੁੜੀਆਂ ਨੇ ਸਕੀਮ ਲਗਾਈ ਵੀ ਸੋਹਣੇ ਦੀ ਵਹੁਟੀ ਨੂੰ ਸ਼ਗਨ ਜ਼ਰੂਰ ਦੇਣ ਜਾਣਾ ਹੈ। ਦਿਨ ਵੀ ਚਿੱਟਾ ਚੜ ਚੁੱਕਾ ਸੀ ਤੇ ਖੇਤਾਂ ਵਿੱਚ ਬੀਜੀ ਕਣਕ ਉੱਤੇ ਥੋੜੀ ਪਈ ਤਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸੀ। ਸੋਹਣਾ ਤੇ ਪ੍ਰਸੀਨੀ ਖੇਤ ਵੱਲ ਤਾਂ ਆ ਗਏ, ਪਰ ਸੋਹਣੇ ਨੇ ਇੰਨਾ ਅੰਦਾਜ਼ਾ ਤੇ ਲਗਾ ਲਿਆ ਸੀ ਕਿ ਹੁਣ ਰੋਜ਼ ਉਹ ਮੂੰਹ ਹਨੇਰੀ ਹੀ ਆ ਸਕਦੇ ਨੇ। ਚਿੱਟੇ ਦਿਨ 'ਚ ਲੋਕੀ ਦੋਹਾਂ ਨੂੰ ਜਾਂਦੇ ਇੰਜ ਤਾੜ ਰਹੇ ਸੀ ਜਿਵੇਂ ਕਦੇ ਕੁਝ ਵੇਖਿਆ ਹੀ ਨਾ ਹੋਵੇ। ਆਖਰ ਪਿੰਡ ਦੀਆਂ ਬੀਬੀਆਂ ਵੀ ਆ ਪਹੁੰਚੀਆਂ। ਹਫ਼ਤੇ ਕੁ ਬਾਅਦ ਚੰਦ ਕੌਰ ਬੇਬੇ ਨੂੰ ਉਸ ਦੀਆਂ ਨੂੰਹ ਦੀਆਂ ਵਧਾਈਆਂ ਦੇਣ ਲਈ ਪ੍ਰਸੀਨੀ ਨੇ ਸਭਨਾਂ ਨੂੰ ਹੱਥ ਜੋੜੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਚਾਹ ਬਣਾਉਣ ਬੈਠ ਗਈ। ਚੰਦ ਕੁਰੇ, ਇਸ ਉਮਰੇ ਤੇਰੇ ਸੋਹਣੇ ਦੇ ਤਾਂ ਭਾਗ ਖੁੱਲ ਗਏ। ਇੱਕ ਬੀਬੀ ਦੂਜੀ ਵੱਲ ਵੇਖਦੀ ਹੋਈ ਅੱਖ ਦੱਬ ਕੇ ਕਹਿੰਦੀ ਹੈ। ਹੋਰ ਕੀ, ਬਸ ਹੁਣ ਤਾਂ ਸੁੱਖ ਨਾਲ ਨੂੰਹ ਦੇ ਹੱਥ ਦੀਆਂ ਨਿੱਤ ਪੱਕੀਆਂ ਖਾਵੇਂਗੀ। ਕੁਝ ਨਹੀਂ, ਦਿਲੋਂ ਪ੍ਰੇਮ ਸੀ। ਇਸ ਘਰ ਨਾਲ ਤਾਂ ਆਈਆਂ ਸੀ ਤੇ ਕੁਝ ਤਾਂ ਬਸ ਗੱਲਾਂ ਦਾ ਸਵਾਦ ਲੈਣ ਆਈਆਂ ਸੀ। ਬੀਬੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਜਦ ਤੱਕ ਪ੍ਰਸੀਨੀ ਚਾਹ ਵੀ ਲੈ ਆਈ ਤੇ ਨਾਲ ਹੀ ਚੌਲਾਂ ਦੀਆਂ ਬਣਾਈਆਂ ਪਿੰਨੀਆਂ ਵੀ ਲੈ ਆਈ, ਜੋ ਕਿ ਸੋਹਣੇ ਨੇ ਪ੍ਰਸੀਨੀ ਦੇ ਨਾਲ ਮਿਲ ਕੇ ਬਣਾਈਆਂ ਸੀ। ਲੈਣੀ ਇਹਨੇ ਤਾਂ ਆਉਂਦੀ ਨੇ ਚੌਕਾ ਚੁੱਲ੍ਹਾ ਵੀ ਸਾਂਭ ਲਿਆ। ਹੋਰ ਹੁਣ ਤਾਂ ਠੰਡ ਤੁਸੀਂ ਖੋਆ ਗਜਰੇਲਾ ਤੇ ਪਿੰਨੀਆਂ ਖਾਓ। ਆਹੋ ਜ਼ਰੂਰ ਭਾਈ, ਤੁਸੀਂ ਵੀ ਖਾਓ, ਅਸੀਂ ਵੀ ਖਾਵਾਂਗੇ। ਰੱਬ ਸਭਨਾਂ ਦੇ ਘਰੇ ਰੋਟੀ ਪੱਕਦੀ ਕਰੇ। ਜੋ ਬੀਬੀਆਂ ਆਖ ਰਹੀਆਂ ਸੀ ਉਹਨਾਂ ਦਾ ਚੰਦ ਕੌਰ ਬੇਬੇ ਨੇ ਇੱਕੋ ਜਵਾਬ ਦਿੱਤਾ। ਨਾ ਸੋਹਣਾ ਨਹੀਂ ਦਿਸਦਾ, ਕਿੱਥੇ ਗਿਆ? ਨਵੀਂ ਵਿਆਹੀ ਨੂੰ ਕੱਲੀ ਛੱਡ ਕੇ ਘਰਾਂ ਚੋਂ ਲੱਗਦੀ ਸੱਤੇ ਦੀ ਘਰ ਵਾਲੀ ਗੁਰਮੀਤ ਨੇ ਕਿਹਾ। ਕੰਮ ਦਾ ਕਿੱਥੇ ਸਰਦਾ ਹੈ? ਨੇੜੇ ਦਾ ਹੀ ਗੇੜਾ ਸੀ, ਟਰੱਕ ਵਾਲੇ ਨਾਲ ਗਿਆ, ਸ਼ਾਮਾਂ ਨੂੰ ਆ ਜਾਊ, ਚੰਦ ਕੌਰ ਬੇਬੇ ਨੇ ਕਿਹਾ। ਲੈ ਬੇਬੇ, ਮੈਂ ਤਾਂ ਆਪਣੀ ਦਰਾਣੀ ਨੂੰ ਪੁੱਛਿਆ, ਤੂੰ ਐਵੇਂ ਹੀ ਬੋਲੀ ਜਾ ਰਹੀ ਹੈ। ਸਾਨੂੰ ਵੀ ਕਰ ਲੈਣ ਦੇ ਦਰਾਣੀ ਜਠਾਣੀ ਨੂੰ ਗੱਲਾਂ, ਗੁਰਮੀਤੋਂ ਨੇ ਕਿਹਾ। ਪ੍ਰਸੀਨੀ ਨੇ ਆਪਣੇ ਸਮਝ ਨਾਲ ਜੋ ਸਮਝਿਆ ਉਹ ਇਸ਼ਾਰਿਆਂ ਨਾਲ ਸਮਝਾ ਦਿੱਤਾ ਤੇ ਸਾਰੀਆਂ ਬੀਬੀਆਂ ਪਿੰਨੀਆਂ ਮੂੰਹ ਨੂੰ ਲਾਈ ਬੈਠੀਆਂ ਚੁੱਪਚਾਪ ਉਸਦੇ ਇਸ਼ਾਰੇ ਵੇਖ ਗਈਆਂ। ਚਲੋ, ਜੋ ਮਾਲਕ ਨੂੰ ਮਨਜ਼ੂਰ, ਤੈਨੂੰ ਸੌਖਾ ਹੈ, ਪਰ ਲੜਨ ਵਾਲੀ ਨੂੰਹ ਨਹੀਂ ਮਿਲੀ। ਇਹਨਾਂ ਆਖ ਜੋ 20-50 ਦੇਣੇ ਸੀ ਦੇ ਕੇ ਉੱਥੋਂ ਉੱਠਦੀਆਂ ਹੋਈਆਂ ਬੋਲੀਆਂ ਤੇ ਬਾਹਰ ਚਲੀਆਂ ਗਈਆਂ। ਬੇਬੇ ਚੰਦ ਕੌਰ ਜਿੱਥੇ ਘਰ 'ਚ ਆਈ ਨੂੰਹ ਦਾ ਹੌਸਲਾ ਸੀ, ਉੱਥੇ ਹੀ ਨੂੰਹ ਨਾਲ ਗੱਲ ਨਾ ਹੋ ਸਕਣ ਦਾ ਦੁੱਖ ਵੀ ਸੀ। ਘਰ 'ਚ ਫੇਰੀ ਪਾ ਗਈਆਂ ਸੀ ਬੀਬੀਆਂ ਤੇ ਹੁਣ ਪਿੰਡ ਵਿੱਚ ਗੱਲ ਉੱਡ ਗਈ ਕਿ ਸੋਹਣੇ ਦੀ ਸੱਜ ਵਿਆਹੀ ਤਾਂ ਗੂੰਗੀ ਹੈ। ਸਮਾਂ ਕਿਸੇ ਲਈ ਖੜਦਾ ਨਹੀਂ, ਆਪਣੇ ਤੁਰਦਾ ਗਿਆ। ਸੋਹਣੇ ਦਾ ਵੀ ਚੰਗਾ ਕੰਮ ਚੱਲੀ ਜਾ ਰਿਹਾ ਸੀ। ਹੁਣ ਉਹਨੇ ਆਪਣੇ ਮਾਲਕ ਨੂੰ ਕਹਿ ਕੇ ਇੱਕ ਛੋਟਾ ਟੈਂਪੂ ਖਰੀਦ ਲਿਆ ਸੀ। ਜਦ ਕਿਤੇ ਉਹ ਨੇੜੇ ਦਾ ਸਮਾਨ ਤੇ ਕਦੇ ਦੂਰ ਦਾ ਸਮਾਨ ਢੋਆਈ 'ਚ ਲੇਟ ਹੋ ਜਾਂਦਾ, ਪ੍ਰਸੀਨੀ ਬੇਬੇ ਦੀ ਰਜਾਈ 'ਚ ਵੜ ਕੇ ਉਸਨੂੰ ਜੱਫੀ ਪਾ ਕੇ ਸੋ ਜਾਂਦੀ। ਬੇਬੇ ਨੇ ਗੱਲਾਂ ਸੁਣਾਉਂਦੇ ਰਹਿਣਾ ਤੇ ਉਸਨੇ ਆ ਈ ਊ ਜਵਾਬ ਦੇਈ ਜਾਣਾ। ਸੱਸ ਨੂੰਹ ਦੀ ਭਲੇ ਹੀ ਗੱਲਬਾਤ ਨਹੀਂ ਸੀ ਹੁੰਦੀ। ਦੋਨਾਂ ਦੀ ਹੁੰਗਾਰਿਆਂ ਨਾਲ ਹੀ ਸਾਂਝ ਪੈ ਗਈ ਸੀ। ਜਿੱਥੇ ਕਦੇ ਕੁਝ ਸਮਝ ਨਾ ਆਉਂਦਾ ਤਾਂ ਸੋਹਣਾ ਦੋਹਾਂ ਨੂੰ ਸਮਝਾ ਦਿੰਦਾ ਸੀ। ਸੋਹਣੇ ਨੇ ਘਰ 'ਚ ਨਾ ਹੋਣਾ ਤਾਂ ਨਸੀਬ ਕੌਰ ਬੇਬੇ ਨੇ ਪ੍ਰਸੀਨੀ ਨੂੰ ਦੱਸ ਕੇ ਕੰਮ ਕਰਵਾਈ ਜਾਣੇ। ਭਲੇ ਹੀ ਸੋਹਣੇ ਦੀ ਇੰਨੀ ਉਮਰ ਬੀਤਣ ਤੱਕ ਵੀ ਉਸਨੂੰ ਕੋਈ ਸਾਕ ਨਹੀਂ ਸੀ ਜੁੜਿਆ, ਪਰ ਜਦ ਉਸਨੇ ਆਪਣੇ ਘਰ ਦੇ ਭਲੇ ਤੇ ਆਪਣੀ ਮਾਂ ਦਾ ਬੁਢਾਪਾ ਸਵਾਰਨ ਲਈ ਕੋਈ ਕਦਮ ਚੁੱਕਿਆ ਤਾਂ ਰਿਸ਼ਤੇਦਾਰਾਂ ਨੂੰ ਇਹ ਗੱਲ ਉੱਕਾ ਨਾ ਚੰਗੀ ਲੱਗੀ ਤੇ ਉਸਦੇ ਆਪਣੇ ਮਾਮਿਆਂ ਨੇ ਆ ਕੇ ਆਖਿਆ, ਇਹ ਤੂੰ ਚੰਗਾ ਕੰਮ ਕੀਤਾ, ਸਾਡੇ ਖਾਨਦਾਨ ਦੀ ਹੀ ਸੋਚ ਲੈਂਦਾ। ਜੇ ਇੰਨੀ ਅੱਗ ਲੱਗੀ ਸੀ
ਕਹਿ ਦਿੰਦਾ ਮੁੱਲ ਦੀ ਤੀਵੀਂ ਲਿਆਉਣ ਦੀ ਕੀ ਲੋੜ ਪੈ ਗਈ ਸੀ। ਬਸ ਮਾਮਾ ਜੀ, ਤੁਸੀਂ ਇੱਕ ਦਿਨ ਆ ਕੇ ਆਪਣੀ ਨਾਲ ਦੀ ਜੰਮੀ ਦਾ ਪਤਾ ਲੈਣ ਨਹੀਂ ਆਏ। ਜੇ ਫਿਕਰ ਹੁੰਦਾ ਇੰਜ ਨਾ ਆਖਦੇ। ਸੋਹਣੇ ਨੇ ਠੋਕਵਾਂ ਜਵਾਬ ਦਿੱਤਾ। ਉਹ ਗੱਲ ਵੱਖਰੀ ਹੈ, ਪਰ ਵਿਆਹ ਕਰਕੇ ਉਹ ਵੀ ਯੂਪੀ ਵਾਲੀ ਨਾਲ। ਸੋਹਣੇ ਦੇ ਮਾਮੇ ਨੇ ਹਜੇ ਇੰਨੀ ਗੱਲ ਕਹੀ ਸੀ ਕਿ ਸੋਹਣੇ ਦੀ ਮਾਂ ਨੇ ਗੁੱਸੇ 'ਚ ਕਿਹਾ, ਕੀ ਤੂੰ ਯੂਪੀ ਵਾਲੀ ਦੇ ਮੁੱਲ ਦੀ ਤੀਵੀਂ ਦੀ ਰੱਟ ਲਾ ਰੱਖੀ ਹੈ? ਇਹ ਮੇਰੇ ਘਰ ਦੀ ਨੂੰਹ ਹੈ, ਪ੍ਰਸੰਨ ਕੌਰ। ਖਬਰਦਾਰ ਜੇ ਅੱਗਿਓਂ ਇੱਕ ਲਫ਼ਜ਼ ਹੋਰ ਕੱਢਿਆ ਤਾਂ ਮੇਰੇ ਤੋਂ ਬੁਰਾ ਹੋਰ ਕੋਈ ਨਹੀਂ ਹੋਣਾ। ਆਖਰ ਤੂੰ ਵੀ ਆਪਣੀ ਖਾਨਦਾਨੀ ਦਿਖਾਈ ਦਿੱਤੀ ਅੱਜ। ਇੱਕ ਇਕੱਲੇ ਭਾਂਜੇ ਦਾ ਸਹਾਰਾ ਤਾਂ ਕੀ ਬਣਨਾ ਸੀ, ਵੀ ਦੁਨੀਆ ਦੇ ਨਾਲ ਜਾ ਖੜਿਆ। ਆਪਣੀ ਭੈਣ ਦੇ ਮੂੰਹੋਂ ਤੱਤੀਆਂ ਸੁਣਨ ਤੋਂ ਬਾਅਦ ਸੋਹਣੇ ਦਾ ਮਾਮਾ ਉੱਥੋਂ 1 ਮਿੰਟ ਵੀ ਨਾ ਰੁਕਿਆ। ਪ੍ਰਸੰਨ ਕੌਰ ਨੂੰ ਭਾਵੇਂ ਬੋਲਣਾ ਕੁਝ ਨਹੀਂ ਸੀ ਆਉਂਦਾ, ਪਰ ਜਿਸ ਲਹਿਜੇ 'ਚ ਮਾਮਾ ਬੋਲਿਆ ਸੀ ਉਹ ਜਾਣ ਗਈ ਸੀ ਕਿ ਉਸਨੂੰ ਉਹ ਪਸੰਦ ਨਹੀਂ, ਕਿਉਂਕਿ ਉਸਨੇ ਉਸਦੇ ਹੱਥ ਦੀ ਚਾਹ ਵੀ ਨਹੀਂ ਸੀ ਫੜੀ ਪੀਣ ਲਈ। ਪਰ ਸੋਹਣੇ ਤੇ ਆਪਣੀ ਸੱਸ ਦੇ ਸਾਥ ਨਾਲ ਸਮਾਂ ਕਦੋਂ ਖੰਭਲਾ ਉੱਡ ਗਿਆ ਪਤਾ ਹੀ ਨਾ ਚੱਲਿਆ। ਲੋਕਾਂ ਨੂੰ ਜਿਵੇਂ ਸਮਾਂ ਮਿਲਦਾ ਰਿਹਾ ਗੱਲਾਂ ਕਰਨ ਦਾ, ਉਹ ਕਰਦੇ ਰਹੇ। ਸਮਾਂ ਕਦੋਂ ਰੁਕਿਆ ਰੁਕਦਾ ਹੈ, ਉਹ ਤੇ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ। ਕਦੇ ਸਮਾਂ ਸੀ ਸੋਹਣੇ ਨੂੰ ਆਪਣੀ ਅੰਨੀ ਮਾਂ ਦਾ ਫਿਕਰ ਵੱਡ ਖਾਂਦਾ ਸੀ, ਪਰ ਹੁਣ ਸਭ ਕੁਝ ਬਦਲ ਗਿਆ ਸੀ। ਹੌਲੀ ਹੌਲੀ ਘਰ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਰੌਣਕ ਵਧਣੀ ਸ਼ੁਰੂ ਹੋ ਗਈ। ਜਾਣੀ ਹੁਣ ਸੋਹਣਾ ਇੱਕ ਬੱਚੇ ਦਾ ਬਾਪ ਵੀ ਬਣ ਗਿਆ ਸੀ ਤੇ ਪ੍ਰਸਿੰਨੀ ਵੀ ਪਿੰਡ ਦੇ ਹਰ ਇੱਕ ਦੁੱਖ ਸੁੱਖ 'ਚ ਜਾਂਦੀ ਆਉਂਦੀ ਸੀ। ਵਿਆਹ ਹੋਣਾ ਤਾਂ ਕਿਸੇ ਦੀ ਮੌਤ ਉਹ ਹਰ ਘਰ 'ਚ ਜਾਂਦੀ ਸੀ। ਜਿਵੇਂ ਉਹ ਸਭ ਦੀ ਇੱਜ਼ਤ ਮਾਨ ਕਰਦੀ ਸੀ, ਤਿਵੇਂ ਹੀ ਹੁਣ ਉਹ ਸਭ ਉਸਦੀ ਵੀ ਇੱਜ਼ਤ ਕਰਦੇ ਸੀ। ਸੋਹਣੇ ਨੇ ਆਪਣੀ ਧੀ ਦਾ ਨਾਂ ਵੀ ਪ੍ਰਸੰਨ ਦੀ ਤਰ੍ਹਾਂ ਖੁਸ਼ਵੰਤ ਰੱਖਿਆ, ਕਿਉਂਕਿ ਮਾਂ ਧੀ ਇਸ ਉਜੜੇ ਹੋਏ ਚਮਨ 'ਚ ਖੁਸ਼ੀਆਂ ਲੈ ਆਈਆਂ ਸੀ। ਜਿੱਥੇ ਕਦੇ ਸੋਹਣਾ ਆਪ ਹੱਥ ਫੂਕਦਾ ਸੀ ਰੋਟੀ ਪਕਾਉਣ ਲੱਗਿਆ, ਉੱਥੇ ਹੁਣ ਸੋਹਣਾ ਤੇ ਬੇਬੇ ਚੰਦ ਕੌਰ ਬਸ ਪੱਕੀਆਂ ਪਕਾਈਆਂ ਖਾਇਆ ਕਰਦੇ ਸੀ। ਹੁਣ ਸੋਹਣੇ ਦੇ ਵਿਹੜੇ 'ਚ ਵੀ ਰੱਬ ਨੇ ਖੁਸ਼ੀਆਂ ਨੂੰ ਨਿੱਕੇ ਨਿੱਕੇ ਪੈਰ ਲਾ ਦਿੱਤੇ ਸੀ ਤੇ ਬੇਬੇ ਨੂੰ ਇੱਕ ਨਹੀਂ 4 ਅੱਖਾਂ ਦਾ ਵਰਦਾਨ ਮਿਲ ਗਿਆ ਸੀ। ਪਹਿਲਾਂ ਬੇਬੇ ਆਪਣੇ ਪੁੱਤ ਦੀਆਂ ਅੱਖਾਂ ਨਾਲ ਕੁੱਲ ਜਹਾਨ ਨੂੰ ਵੇਖਦੀ ਸੀ ਤੇ ਹੁਣ ਆਪਣੀ ਨੂੰਹ ਤੇ ਪੋਤਰੀ ਦੀਆਂ ਅੱਖਾਂ ਨਾਲ, ਕਦੇ ਖੁਸ਼ੀ ਦੀਆਂ ਅੱਖਾਂ ਨਾਲ ਉਹ ਆਪਣੇ ਬਚਪਨ ਨੂੰ ਮਾਣਦੀ ਸੀ, ਤਾਂ ਕਦੇ ਆਪਣੀ ਨੂੰਹ ਪ੍ਰਸਿੰਨੀ ਦੀਆਂ ਅੱਖਾਂ ਨਾਲ ਆਪਣਾ ਜਵਾਨੀ ਦਾ ਸਮਾਂ ਵੇਖਦੀ ਸੀ। ਆਪਣੀ ਜ਼ਿੰਦਗੀ ਦੀਆਂ ਸਿੱਖੀਆਂ ਹੋਈਆਂ ਸਿੱਖਿਆਵਾਂ ਉਹਨਾਂ ਨੂੰ ਸੁਣਾਉਂਦੀ ਸੀ। ਇੱਕ ਇੱਟਾਂ ਦਾ ਜੋ ਖੜਾ ਮਕਾਨ ਲੱਗਦਾ ਸੀ, ਉਹ ਹੁਣ ਸੱਚ 'ਚ ਇੱਕ ਘਰ ਬਣ ਗਿਆ ਸੀ, ਜਿੱਥੇ ਰਹਿਣ ਵਾਲੇ ਵੀ ਇੱਕ ਦੂਜੇ ਦਾ ਪੂਰਾ ਸਤਿਕਾਰ ਕਰਦੇ ਸੀ। ਪ੍ਰਸਿੰਨੀ ਦੇ ਘਰ 'ਚ ਪੈਰ ਪੈਣ ਨਾਲ, ਜਿਵੇਂ ਸਿਆਣੇ ਆਖਦੇ ਹੁੰਦੇ ਐ, ਇਹ ਤਾਂ ਕਰਮਾਂ ਵਾਲਾ ਹੈ। ਉਹੀ ਗੱਲ ਮਾਂ ਧੀ ਦੇ ਢੁਕਣ ਲੱਗੀ ਸੀ। ਜਿਸ ਨੂੰ ਕਦੇ ਕੋਈ ਮੁੱਲ ਦੀ ਤੀਵੀਂ ਆਖਦਾ ਸੀ ਜਾਂ ਯੂਪੀ ਵਾਲੀ ਆਖਦਾ ਸੀ, ਉਹ ਵੀ ਹੁਣ ਉਸੇ ਮਾਨ ਸਨਮਾਨ ਵਾਲੀ ਨਜ਼ਰ ਨਾਲ ਵੇਖੀ ਜਾਂਦੀ ਸੀ ਜਿਵੇਂ ਕਿ ਹਰ ਔਰਤ ਨੂੰ ਵੇਖਿਆ ਜਾਂਦਾ ਹੈ। ਭਲੇ ਹੀ ਬੇਬੇ ਚੰਦ ਕੌਰ ਸਾਫ਼ ਨਹੀਂ ਸੀ ਵੇਖ ਸਕਦੀ, ਪਰ ਕੋਲ ਬੇਬੇ ਨਸੀਬ ਕੌਰ ਵੀ ਸੀ, ਜੋ ਰਲ ਮਿਲ ਪ੍ਰਸਿੰਨੀ ਨੂੰ ਹਰ ਉਹ ਕੰਮ ਬਾਰੇ ਦੱਸਿਆ ਕਰਦੀਆਂ। ਭਲੇ ਹੀ ਪ੍ਰਸੰਨ ਕੌਰ ਬੋਲ ਨਹੀਂ ਸੀ ਸਕਦੀ, ਪਰ ਸੋਹਣੇ ਨੇ ਉਸਨੂੰ ਆਪ ਪੜ੍ਹਨਾ ਤੇ ਲਿਖਣਾ ਸਿਖਾਇਆ, ਜਿਸ ਦੀ ਬਦੌਲਤ ਉਹ ਆਪਣੀ ਹਰ ਗੱਲ ਨੂੰ ਹੁਣ ਲਿਖ ਕੇ ਦੱਸ ਸਕਦੀ ਸੀ। ਘਰ ਦੇ ਜੀਆਂ ਦਾ ਖਿਆਲ ਰੱਖਣ ਦੇ ਨਾਲ ਹੁਣ ਪ੍ਰਸੰਨ ਕੌਰ ਆਪਣੇ ਹੱਥੀਂ ਕਢਾਈ ਦਾ ਕੰਮ ਵੀ ਕਰਨ ਲੱਗ ਪਈ ਸੀ ਤੇ ਪਿੰਡ ਦੀਆਂ ਕੁੜੀਆਂ ਉਸਦੇ ਕੋਲ ਆ ਕੰਮ ਸਿੱਖਿਆ ਕਰਦੀਆਂ। ਭਲੇ ਹੀ ਸ਼ੁਰੂ 'ਚ ਕਿਸੇ ਨੂੰ ਸਮਝਣਾ ਔਖਾ ਲੱਗਦਾ ਸੀ, ਪਰ ਹੁਣ ਪ੍ਰਸਿੰਨੀ ਆਪਣੇ ਕੋਲ ਸਲੇਟ ਰੱਖਦੀ ਤੇ ਲਿਖ ਕੇ ਸਮਝਾ ਸਕਦੀ ਸੀ। ਵਿਹੜੇ ਦੇ ਵਿੱਚ ਕਿਸੇ ਵਿਆਹ ਤਰ੍ਹਾਂ ਰੌਣਕ ਲੱਗੀ ਰਹਿੰਦੀ। ਗਰਮਾ ਗਰਮ ਚਾਹ ਦੇ ਨਾਲ ਕਦੇ ਖੋਆ ਤੇ ਕਦੇ ਪੰਜੀਰੀ ਖਾਏ ਜਾਂਦੇ। ਵਾਹ ਭਾਬੀ, ਬਾਲਾ ਹੀ ਸਵਾਦ ਬਣਾਉਣੀ ਹੈ ਤੂੰ ਤੇ ਖੋਏ ਦੀਆਂ ਪਿੰਨੀਆਂ, ਮੈਨੂੰ ਵੀ ਸਿਖਾ। ਨਾ ਭਾਬੀ ਕੋਲ ਤੂੰ ਖਾਣ ਆਉਣੀ ਹੈ ਕਿ ਕਢਾਈ ਸਿੱਖਣ? ਕੀ ਕਰਦੀ ਹੈ? ਕੁੜੀਆਂ ਵਿੱਚ ਨੋਕ ਝੋਕ ਹੁੰਦੀ ਰਹਿਣੀ। ਹੋਰ ਹੁਣ ਤਾਂ ਠੰਡ ਤੁਸੀਂ ਖੋਆ ਗਜਰੇਲਾ ਤੇ ਪਿੰਨੀਆਂ ਖਾਓ। ਇਹ ਸਭ ਦੇਖ ਸੁਣ ਕੇ ਬੇਬੇ ਨੂੰ ਉਹ ਵਾਲੀ ਗੱਲ ਯਾਦ ਆ ਜਾਣੀ। ਉਸ ਔਰਤ ਨੇ ਭਾਵੇਂ ਉਹ ਗੱਲ ਕਿਸੇ ਵੀ ਮਕਸਦ ਨਾਲ ਕਹੀ ਸੀ, ਪਰ ਸੱਚ ਸਾਬਤ ਹੋ ਗਈ ਸੀ। ਪਰ ਇਹ ਖੋਆ ਗਜਰੇਲਾ ਤੇ ਪਿੰਨੀਆਂ ਕਿਸੇ ਇੱਕ ਲਈ ਨਹੀਂ, ਬਲਕਿ ਹਰ ਘਰ ਆਉਂਦੇ ਜਾਂਦੇ ਲਈ ਬੇਬੇ ਤੇ ਪ੍ਰਸਿੰਨੀ ਖੁਸ਼ ਹੋ ਕੇ ਖਾਣ ਲਈ ਅੱਗੇ ਰੱਖਦੀਆਂ। ਧੰਨਵਾਦ।